104 ਅੰਗ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਮਾਝ ਮਹੱਲਾ ਪੰਜਵਾ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵਹਿ ਗੁਣ ਅਗਮ ਪਾਰੇ। ਪਾਤਸ਼ਾਹ ਜੀ ਕਹਿੰਦੇ ਹਨ, ਔਰ ਆਓ ਸਾਜਨ ਸੰਤ, ਹੇ ਸਾਜਨ ਸੰਤ ਜਨੋ ਮਿੱਤਰੋ ਪਿਆਰਿਓ, ਵਾਹਿਗੁਰੂ ਦੇ ਪਿਆਰਿਓ, ਸੰਤੋ ਭਗਤੋ, ਔਰ ਸ਼ਰਾਵਣ ਕਰਨ ਵਾਲੇ ਸੱਜਣੋ, ਮੰਨਣ ਕਰਨ ਵਾਲੇ ਮਿੱਤਰੋ, ਉਹਨਾਂ ਦੇ ਆਸਨ ਕਰਨ ਵਾਲੇ ਪਿਆਰਿਓ, ਵਾਹਿਗੁਰੂ ਦੀ ਸਿਖਿਆਤਤਾ ਵਾਲੇ ਸੰਤ ਜਨੋ, ਆਓ ਆਉਣਾ ਕਰੋ ਮੇਰੇ ਪਿਆਰਿਓ ਮਿੱਤਰੋ। ਮਿਲ ਗਾਵ ਹੈ ਔਰ ਗੁਣ ਆਗਮ ਪਾਰੇ, ਸਾਰੇ ਜਣੇ ਆਪਾਂ ਮਿਲ ਕੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਉ। ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਾਲੇ, ਸੁਣਨ ਵਾਲੇ ਸਾਰੇ ਹੀ ਮੁਕਤੀ ਨੂੰ ਪ੍ਰਾਪਤ ਕਰ ਗਏ ਹਨ। ਵਾਹਿਗੁਰੂ ਨੂੰ ਧਿਆਉਣਾ ਕਰੀਏ ਜਿਸ ਨੇ ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕੀਤਾ ਹੈ। ਜਨਮ ਜਨਮ ਕੇ ਕਿਲੇ ਵਿਖ ਜਾਵ ਹੈ, ਮਨ ਚਿੰਦੇ ਸੇਈ ਫਲ ਪਾਵ ਹੈ। ਵਾਹਿਗੁਰੂ ਦੇ ਨਾਮ ਧਿਆਉਣ ਨਾਲ ਬੱਜਰ ਤੋਂ ਬੱਜਰ ਪਾਪ ਔਰ ਸਮਾਪਤ ਹੋ ਜਾਂਦੇ ਹਨ, ਚਲੇ ਜਾਂਦੇ ਨੇ। ਮਨ ਚਿੰਦੇ, ਮਨ ਇੱਛਤ ਫਲ ਪਾਉਣਾ ਕਰਦਾ ਹੈ, ਪਾ ਲੈਂਦਾ ਹੈ ਐਸਾ ਗੁਰੂ ਦਾ ਪਿਆਰਾ। ਸਿਮਰ ਸਿਮਰ ਸੋ ਸਚ ਸੁਆਮੀ, ਰਿਜਕ ਸਬਸ ਕੋ ਦੀਏ ਜੀਉ। ਸੱਚੇ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ, ਜੋ ਪਰਮੇਸ਼ਰ ਸਭਨਾਂ ਦੇ ਤਾਈਂ ਰੋਜੀ ਰੋਟੀ ਦੇਣ ਵਾਲਾ ਹੈ। ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ। ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਕਰਕੇ ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਸਭ ਭਉ ਬਿਨਸੈ ਹਰ ਹਰ ਧਿਆਈਐ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਧਿਆਨ ਕਰਕੇ ਭਾਈ ਸਾਰੇ ਹਰ ਪ੍ਰਕਾਰ ਦਾ ਡਰ ਭੈ ਨਾਸ ਹੋ ਜਾਂਦਾ ਹੈ। ਜਿਨ ਸੇਵਿਆ ਸੋ ਪਾਰ ਗ੍ਰਾਮੀ, ਕਾਰਜ ਸਗਲੇ ਥੀਏ ਜੀਉ। ਪਾਰ ਤੇ ਥੋੜਾ ਜਿਹਾ ਡੈਸ਼ ਲਾ ਕੇ ਪਾਰ ਗਿਰਾਮੀ ਏਦਾਂ ਬੋਲਣਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਯਾਦ ਕੀਤਾ ਹੈ, ਉਹ ਸੰਸਾਰ ਸਮੁੰਦਰ ਤੋਂ ਮੁਕਤ ਰੂਪ ਕਿਨਾਰੇ ਤੇ ਪਾਰ ਲੰਘ ਗਏ ਹਨ। ਉਹਨਾਂ ਦੇ ਲੋਕ ਪ੍ਰਲੋਕ ਦੇ ਸਾਰੇ ਕਾਰਜ ਪੂਰੇ ਹੋ ਗਏ ਹਨ। ਆਏ ਪਿਆ ਤੇਰੀ ਸਰਣਾਈ, ਜਿਉ ਭਾਵੈ ਤਿਉ ਲੈ ਹੀ ਮਿਲਾਈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਔਰ ਮਨੁੱਖਾ ਸਰੀਰ ਵਿੱਚ ਮੈਂ ਆਇਆ ਹਾਂ, ਤੇਰੀ ਸ਼ਰਨ ਪਿਆ ਹਾਂ। ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਮੈਨੂੰ ਆਪਣੇ ਸਰੂਪ ਨਾਲ ਮੇਲ ਲੈਣਾ ਕਰੋ। ਕਰ ਕਿਰਪਾ ਪ੍ਰਭ ਭਗਤੀ ਲਾਵਹੁ, ਸਚ ਨਾਨਕ ਅੰਮ੍ਰਿਤ ਪੀਏ ਜੀਉ। ਹੇ ਮੇਰੇ ਮਾਲਕ ਵਾਹਿਗੁਰੂ, ਆਪਣੀ ਭਗਤੀ ਵਿੱਚ ਲਾਉਣਾ ਕਰੋ। ਪਾਤਸ਼ਾਹ ਕਹਿੰਦੇ ਹਨ, ਅਸੀਂ ਤੁਹਾਡੇ ਵੱਲੋਂ ਬਖਸ਼ਿਸ਼ ਕੀਤੇ ਗੁਰਾਂ ਦੇ ਦੁਆਰਾ ਸੱਚੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰੀਏ ਜੀ। ਮਾਝ ਮਹੱਲਾ ਪੰਜਵਾ। ਭੈ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭ ਨੀਥਾਈ। ਜਿਸ ਵੇਲੇ ਔਰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਔਰ ਮਾਲਕ ਪਰਮੇਸ਼ਰ ਕਿਰਪਾਲੂ ਦਿਆਲੂ ਹੋਏ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਫਿਰ ਮੇਘ ਕੀ ਇਹ ਬੱਦਲ ਦੀ ਨਿਆਈ, ਨੌ ਖੰਡ ਸੱਤ ਦੀਪਾਂ ਆਦਿਕ ਭਵਨਾਂ ਦੇ ਵਿੱਚ ਸਾਰੀਆਂ ਥਾਵਾਂ ਦੇ ਵਿੱਚ ਉਪਦੇਸ਼ ਨਾਮ ਰੂਪੀ ਉਪਦੇਸ਼ ਦੀ ਵਰਖਾ ਕੀਤੀ। ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਜੋ ਗਰੀਬਾਂ ਦੇ ਦਇਆ ਕਰਨ ਵਾਲੇ ਕਿਰਪਾਲੂ ਦਿਆਲੂ ਮਿਹਰਬਾਨ ਪਰਮੇਸ਼ਰ ਵਾਹਿਗੁਰੂ ਹੈ,
ਉਸ ਅਕਾਲ ਪੁਰਖ ਨੇ ਨਾਮ ਜਪਣ ਵਾਲੇ ਸਾਧੂ ਸੰਤਾਂ ਦੇ ਹਿਰਦਿਆਂ ਵਿੱਚ ਸ਼ਾਂਤੀ ਰੂਪ ਠਾਂਡ ਕਹੀਏ ਠੰਡ ਪਾਉਣਾ ਕੀਤੀ ਹੈ। ਧਿਆਨ ਰੱਖਣਾ, ਜਿੱਥੇ ਵੀ ਠਾਂਡ ਦਾ ਅਰਥ ਠੰਡ ਹੋਵੇ ਉੱਥੇ ਬਿੰਦੀ ਲੱਗਦੀ ਹੈ। ਜਿੱਥੇ ਠਾੜ ਖੜਨ ਦਾ ਵਾਚਕ ਹੋਵੇ, ਜਿਵੇਂ ਠਾੜ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰਨਿਆਏ, ਪਾਤਸ਼ਾਹ ਦਸਮ ਪਾਤਸ਼ਾਹ ਵੀ ਠਾੜ ਕਹੀਏ ਸਾਵਧਾਨ, ਜਿਵੇਂ ਫੌਜੀ ਖੜ ਕੇ ਸਲੂਟ ਮਾਰਦੇ ਨੇ ਨਾ, ਏਦਾਂ ਉਹਨੂੰ ਠਾੜ ਕਹਿੰਦੇ ਨੇ ਗੁਰਬਾਣੀ ਵਿੱਚ। ਤੇ ਜਿੱਥੇ ਠਾੜ ਸਾਵਧਾਨਤਾ ਦਾ ਸਲੂਟ ਦਾ ਵਾਚਕ ਹੋਵੇ ਉੱਥੇ ਬਿੰਦੀ ਨਹੀਂ ਲਾਉਣੀ, ਜਿੱਥੇ ਠੰਡ ਦਾ ਵਾਚਕ ਹੋਵੇ ਉੱਥੇ ਬਿੰਦੀ ਲਾਉਣੀ ਹੈ। ਸਤਿਗੁਰੂ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ, ਗਰੀਬਾਂ ਦੇ ਦਇਆ ਕਰਨ ਵਾਲੇ, ਸਦਾ ਹੀ ਕਿਰਪਾਲੂ ਦਿਆਲੂ ਮਿਹਰਬਾਨ ਪਰਮੇਸ਼ਰ ਅਕਾਲ ਪੁਰਖ ਨੇ ਨਾਮ ਜਪਣ ਵਾਲੇ ਸਾਧੂ ਸੰਤਾਂ ਦੇ ਹਿਰਦੇ ਵਿੱਚ ਸ਼ਾਂਤੀ ਰੂਪ ਠੰਡ ਪਾਉਣਾ ਕੀਤੀ ਹੈ। ਆਪਣੇ ਜੀ ਜੰਤ ਪ੍ਰਤਿਪਾਰੇ, ਜਿਉ ਬਾਰਿਕ ਮਾਤਾ ਸੰਮਾਰੇ। ਵਾਹਿਗੁਰੂ ਆਪਣੇ ਪੈਦਾ ਕੀਤੇ ਹੋਏ ਵੱਡੇ ਸਥੂਲ ਜੀਵ ਜੰਤ, ਛੋਟੇ ਸੂਖਸ਼ਮ ਸੀਵ ਸਾਰਿਆਂ ਦੇ ਤਾਈਂ ਪਾਲਣਾ ਕਰਦਾ ਹੈ। 105 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਕਰਦੇ ਹੋਏ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਹਨ। ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ। ਜੋ ਸੁਆਮੀ ਪਰਮੇਸ਼ਰ ਸੁੱਖਾਂ ਦਾ ਸਾਗਰ ਤੇ ਦੁੱਖਾਂ ਨੂੰ ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ, ਸਾਰਿਆਂ ਜੀਵਾਂ ਨੂੰ ਆਹਾਰੇ ਕਹੀਏ ਭੋਜਨ ਦਿੰਦਾ ਹੈ। ਜਲ ਥਲ ਪੂਰ ਰਹਿਆ ਮਿਹਰਬਾਨਾ, ਸਦ ਬਲਿਹਾਰ ਜਾਈਐ ਕੁਰਬਾਨਾ। ਕਿਰਪਾਲੂ ਪਰਮੇਸ਼ਰ ਜਲਾਂ ਵਿੱਚ ਥਲਾਂ ਵਿੱਚ ਸਾਰੇ ਕਿਤੇ ਪੂਰਨ ਵਿਆਪਕ ਹੈ। ਜਲ ਥਲ ਪੂਰ ਰਹਿਆ ਮਿਹਰਬਾਨਾ, ਮਿਹਰਬਾਨ ਅਕਾਲ ਪੁਰਖ ਵਾਹਿਗੁਰੂ। ਸਦ ਬਲਿਹਾਰ, ਔਰ ਪਾਤਸ਼ਾਹ ਜੀ ਕਹਿੰਦੇ ਹਨ ਉਸ ਪਰਮੇਸ਼ਰ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਈਏ, ਸਰੀਰ ਕਰਕੇ ਕੁਰਬਾਨ ਜਾਈਏ, ਬਲਿਹਾਰ ਜਾਈਏ। ਰੈਣ ਦਿਨ ਤਿਸ ਸਦਾ ਧਿਆਈ, ਜੇ ਖਿਨ ਮਹਿ ਸਗਲ ਉਧਾਰੇ ਜੀਓ। ਜਿਸ ਪਰਮੇਸ਼ਰ ਨੂੰ ਸਦਾ ਹਮੇਸ਼ਾ ਰਹਿਣ ਦਿਨ ਰਾਤ ਧਿਆਉਣਾ ਕਰੀਏ ਵਾਹਿਗੁਰੂ ਨੂੰ, ਜਿਹੜਾ ਛਿਨ ਵਿੱਚ ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ। ਰਾਖ ਲੀਏ ਸਗਲੇ ਪ੍ਰਭ ਆਪੇ, ਸਗਲੇ ਪ੍ਰਭ ਆਪੇ ਉਤਰ ਗਏ, ਸਭ ਸੋਗ ਸੰਤਾਪੇ। ਜਿੰਨੇ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਹਨ ਸਾਰੇ ਪਰਮੇਸ਼ਰ ਨੇ ਜੂਨਾਂ ਤੋਂ ਰੱਖ ਲਏ ਹਨ, ਰਾਖ ਲਏ। ਜਿਹੜੇ ਵਿਛੋੜੇ ਆਦਿਕ ਦੇ ਗਮ ਸਨ, ਆਦਿ ਵਿਆਧੀ ਉਪਾਧੀ ਸੰਤਾਪ, ਔਰ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਉਤਰ ਗਏ, ਖਤਮ ਹੋ ਗਏ ਹਨ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਪਰਮੇਸ਼ਰ ਦਾ ਨਾਮ ਜਪਣ ਵਾਲੇ, ਜਿਨ੍ਹਾਂ ਨਾਮ ਜਪਣ ਦੇ ਨਾਲ ਔਰ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਹਰਾ ਭਰਾ ਹੁੰਦਾ ਹੈ। ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਨੇ ਆਪਣੀ ਨਾਦਰ ਦਇਆ ਦ੍ਰਿਸ਼ਟੀ ਕਰਕੇ ਅਤੇ ਨਿਹਾਲ ਕੀਤਾ ਹੈ। ਪ੍ਰਭ ਨਾਨਕ ਨਾਦਰ ਨਿਹਾਰੇ ਜੀਓ, ਵਾਹਿਗੁਰੂ ਦੇ ਸਰੂਪ ਨੂੰ ਨਿਹਾਰੇ ਕਹੀਏ ਦੇਖਣਾ ਕੀਤਾ ਹੈ। ਮਾਝ ਮਹੱਲਾ ਪੰਜਵਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਏ ਨ ਚੌਬਾਰੇ। ਪਾਤਸ਼ਾਹ ਜੀ ਕਹਿੰਦੇ ਹਨ, ਜਿੱਥੇ ਭਾਈ ਔਰ ਜਿਸ ਜਗ੍ਹਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਵਿੱਚ ਨਾਮ ਜਪਿਆ ਜਾਂਦਾ ਹੋਵੇ, ਉਹ ਉਜਾੜ ਵਾਲੇ ਸਥਾਨ ਔਰ ਸੋਇਨ ਕਹੀਏ ਸੋਨੇ ਦੇ ਚੁਬਾਰੇ ਦੀ ਨਿਆਈ ਹਨ। ਸੋਇਨ ਸੋਹਣੇ ਲੱਗਦੇ ਹਨ, ਸੋਭਨੀਕ ਹਨ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਭਾਵ ਜਿਸ ਹਿਰਦੇ ਰੂਪੀ ਜਗ੍ਹਾ ਵਿੱਚ ਪਿਆਰੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਉਹ ਹਿਰਦੇ ਰੂਪੀ ਸਥਾਨ ਵਿਵੇਕ ਵੈਰਾਗ ਖਟ ਸੰਪਤੀ ਮੋਖ ਇੱਛਾ ਰੂਪ ਚੁਬਾਰਿਆਂ ਦੀ ਨਿਆਈ ਬਣ ਕੇ ਸੋਇਨ ਕਹੀਏ ਸੋਭਦੇ ਹਨ। ਹਿਰਦੇ ਰੂਪੀ ਸਥਾਨ ਨੂੰ ਚੌ ਜਮਾ ਬਾਰੇ, ਚੌ ਕਹੀਏ ਚਾਰ ਵਾਰ, ਚਾਰ ਸਰਾਵਣ ਮੰਨਣ ਨਧਿਆਸਨ ਤਤ ਤੁਮ ਦਾ ਸੋਧਨ, ਸੰਸੋਧਨ ਰੂਪ ਬਾਰੇ ਕਹੀਏ ਦਰਵਾਜੇ ਲੱਗੇ ਹੋਏ ਹਨ। ਚਾਰੇ ਅੰਤ ਚਕਰਨ ਰੂਪ ਦਰਵਾਜੇ ਸੋਇਨ ਕਹੀਏ ਸੋਨੇ ਦੀ ਨਿਆਈ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ।
ਜਿੱਥੈ ਨਾਮ ਨਾ ਜਪੀਐ ਮੇਰੇ ਗੋਏ ਦਾ, ਸਈ ਨਗਰ ਉਜਾੜੀ ਜੀਓ। ਇਹਨੂੰ ਗੋਵਿੰਦਾ ਕਹਿ ਜਾਂਦੇ ਨੇ, ਕਈ ਗੋਇੰਦਾ ਕਹਿ ਜਾਂਦੇ ਨੇ। ਔਰ ਜੋ ਲਿਖਿਆ ਉਹ ਪੜੋ, ਗੋਏ ਦਾ। ਜਿਸ ਜਗ੍ਹਾ ਮੇਰੇ ਗੋਏ ਦਾ ਕਹੀਏ ਪਰਮੇਸ਼ਰ ਦਾ ਨਾਮ ਔਰ ਨਹੀਂ ਜਪਿਆ ਜਾਂਦਾ, ਔਰ ਉਹ ਨਗਰ ਪਾਤਸ਼ਾਹ ਜੀ ਕਹਿੰਦੇ ਉਜਾੜੀ ਜੀਓ। ਉਜਾੜ ਵੀ ਬੀਆਬਾਨ ਜੰਗਲ ਦੀ ਤਰ੍ਹਾਂ ਹੈ, ਜਿਵੇਂ ਜੰਗਲ ਹੁੰਦਾ ਇਸ ਤਰ੍ਹਾਂ ਹੈ। ਪਾਤਸ਼ਾਹ ਕਹਿੰਦੇ ਜਿਸ ਦੇ ਸਰੀਰ ਵਿੱਚ ਹਿਰਦੇ ਰੂਪੀ ਥਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਸਰੀਰ ਪਾਤਸ਼ਾਹ ਜੀ ਕਹਿੰਦੇ ਸ਼ੁਭ ਗੁਣਾਂ ਤੋਂ ਔਰ ਉਜੜੇ ਹੋਏ ਹਨ। ਚੰਗੇ ਗੁਣ ਨਹੀਂ ਉਹਨਾਂ ਸਰੀਰਾਂ ਦੇ ਵਿੱਚ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਾਦਰ ਨਿਹਾਲੇ। ਇਹ ਭਾਈ ਜਿਹੜੇ ਰੁੱਖੀ ਖੁਸ਼ਕ ਰੋਟੀ ਦਾਲ ਸਬਜ਼ੀ ਤੋਂ ਬਿਨਾਂ ਖਾਏ ਕਹੀਏ ਖਾਂਦੇ ਹਨ, ਵਿਸ਼ਿਆਂ ਵੱਲੋਂ ਬਿਰਤੀ ਨੂੰ ਰੁੱਖੀ ਰੱਖ ਕੇ ਸੰਤੋਖ ਰੂਪੀ ਭੋਜਨ ਖਾਏ ਕਹੀਏ ਖਾਂਦੇ ਹਨ, ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਹਨ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਸ ਪਰਮੇਸ਼ਰ ਨੂੰ ਹਿਰਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਗਿਆਨ ਔਰ ਨਾਦਰ ਕੀ ਇਹ ਦ੍ਰਿਸ਼ਟੀ ਦੁਆਰਾ ਵੇਖ ਕੇ ਨਿਹਾਲੇ ਪ੍ਰਸੰਨ ਹੁੰਦੇ ਹਨ। ਖਾਏ ਖਾਏ ਕਰੇ ਬਦ ਫੈਲੀ, ਜਾਨ ਵਿਸੂ ਕੀ ਬਾੜੀ ਜੀਓ। ਜੋ ਨੇਕਾਂ ਪਦਾਰਥਾਂ ਨੂੰ ਖਾ ਖਾ ਕੇ ਬਦਫੈਲੀਆਂ ਕੁਕਰਮ ਮਾੜੇ ਕਰਮ ਕਰਦੇ ਹਨ, ਬਦਫੈਲੀਆਂ ਕਰਦੇ ਹਨ ਔਰ ਕੁਕਰਮ ਕਰਦੇ ਹਨ। ਪਾਤਸ਼ਾਹ ਜੀ ਕਹਿੰਦੇ ਹਨ ਔਰ ਜਾਣਨਾ ਕਰੋ ਉਹਨਾਂ ਦੀ ਸੰਗਤ ਕਰਕੇ, ਔਰ ਹੋਰ ਵੀ ਦੁਖੀ ਹੁੰਦੇ ਹਨ। ਵਿਸੂ ਕੀ ਵਾੜੀ ਜੀਓ। ਪਾਤਸ਼ਾਹ ਕਹਿੰਦੇ ਹਨ ਕਿ ਜਾਣਨਾ ਕਰੋ ਰੂਪ ਗੁਣਾ ਰੂਪੀ ਬਗੀਚੀ ਵੇ ਸੂ ਕੀ, ਭਾਵ ਵਿਸ਼ੇਸ਼ ਕਰਕੇ ਸੁੱਕੀ ਸੁੱਕ ਗਈ ਹੈ ਉਹਨਾਂ ਦੀ ਸ਼ੁਭ ਗੁਣਾਂ ਦੀ ਬਾੜੀ। ਜਿਵੇਂ ਆਪਾਂ ਚੰਗੇ ਫੁੱਲ ਲਾ ਦਈਏ ਗੇਂਦੇ ਦੇ, ਗੁਲਾਬ ਦੇ, ਤੇ ਉਹਦੀ ਮੁੜ ਕੇ ਆਪਾਂ ਦੇਖ ਰੇਖ ਨਾ ਕਰੀਏ ਸੁੱਕ ਜਾਣਗੇ, ਉਹ ਵਿੱਚੇ ਬੂਟਾ ਸੁੱਕ ਜੂਗਾ ਇਕੱਲੇ ਫੁੱਲ ਕੀ। ਇਸੇ ਤਰ੍ਹਾਂ ਖਾਏ ਖਾਏ ਕਰੇ ਬਦ ਫੈਲੀ, ਜਿਹੜੀਆਂ ਖਾ ਖਾ ਕੇ ਔਰ ਪਦਾਰਥ ਬਦਫੈਲੀਆਂ ਕਰਨੀਆਂ, ਔਗਣ ਕਰਨੇ, ਮਾੜੇ ਕੰਮ ਕਰਨੇ, ਜਾਨ ਵੀ ਸੂਕੀ ਬਾੜੀ ਜੀਓ। ਪਾਤਸ਼ਾਹ ਕਹਿੰਦੇ ਉਹ ਤਾਂ ਬੇਸੂਕੀ ਸੁੱਕ ਕਰ ਗਏ, ਸੁੱਕ ਗਏ, ਵਿਸ਼ੇਸ਼ ਕਰਕੇ ਸੁੱਕ ਗਏ ਹਨ ਉਹਨਾਂ ਦੇ ਸ਼ੁਭ ਗੁਣਾਂ ਦੀ ਬਗੀਚੀ। ਸੰਤਾਂ ਸੇਤੀ ਰੰਗ ਨ ਲਾਏ, ਸਾਖਤ ਸੰਗ ਵੇ ਕਰਮ ਕਮਾਏ। ਵਿਕਰਮ ਨਹੀਂ ਕਹਿਣਾ, ਵੇ ਕਰਮ ਕਮਾਏ। ਪਾਤਸ਼ਾਹ ਕਹਿੰਦੇ ਜਿਹੜੇ ਇੱਕ ਰਸ ਨਾਮ ਵਿੱਚ ਰੰਗੇ ਹੋਏ ਹਨ, ਸ਼ਾਂਤ ਬਿਰਤੀ ਵਾਲੇ ਸਾਧੂ ਸੰਤ ਮਹਾਤਮਾ, ਔਰ ਵਾਹਿਗੁਰੂ ਦੇ ਨਾਲ ਮਿਲ ਕੇ ਸਾਧੂਆਂ ਸੰਤਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਲ ਸਦੋਂ ਰੰਗ ਪ੍ਰੇਮ ਔਰ ਸਾਖਤ ਸੰਗ ਬੇਕਰਮ ਕਮਾਏ, ਭਾਵ ਸਾਧੂਆਂ ਦੇ ਨਾਲ ਮਿਲ ਕੇ ਔਰ ਪ੍ਰੇਮ ਨਹੀਂ ਲਾਏ, ਭਾਵ ਲਾਉਂਦੇ ਹਨ। ਸੰਤਾਂ ਦੇ ਨਾਲ ਪ੍ਰੇਮ ਨਹੀਂ ਲਾਉਂਦੇ, ਵਾਹਿਗੁਰੂ ਦੇ ਪਿਆਰ ਦੇ ਨਾਲ ਪ੍ਰੇਮ ਨਹੀਂ ਲਾਉਂਦੇ। ਤੇ ਸਾਖਤ ਸੰਗ, ਸਾਖਤ ਕਹੀਏ ਕਠੋਰ ਚਿੱਤ ਵਾਲੇ, ਖੋਟੇ ਪੁਰਸ਼ਾਂ ਦੇ ਨਾਲ ਸੰਗ ਕਹੀਏ ਮਿਲਾਪ, ਬੇਕਰਮ ਕਹੀਏ ਖੋਟੇ ਪੁਰਸ਼ਾਂ ਦੇ ਨਾਲ ਮਿਲ ਕੇ ਬੇਕਰਮ ਕਹੀਏ ਖੋਟੇ ਕਰਮ ਕਮਾਉਣਾ ਕਰਦੇ ਹਨ, ਮਾੜੇ ਕੰਮ ਕਰਦੇ ਨੇ। ਐਸੇ ਸਾਧੂਆਂ ਸੰਤ ਮਹਾਤਮਾ ਦੀ ਸੰਗਤ ਵਿੱਚ ਆ ਕੇ ਵੀ ਉਹ ਪੁੱਠਾ ਹੀ ਦੇਖਦੇ ਨੇ, ਪੁੱਠਾ ਹੀ ਬੋਲਦੇ ਨੇ, ਗਲਤ ਸੁਣਦੇ ਨੇ। ਤੇ ਇਸ ਕਰਕੇ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ, ਦੁਲੱਭ ਦੇ ਕੋਈ ਅਗਿਆਨੀ, ਜੜ ਆਪਣੀ ਆਪ ਪਾੜੀ ਜੀਓ। ਉਹਨਾਂ ਗਿਆਨਹੀਣ ਪੁਰਸ਼ਾਂ ਨੇ ਔਰ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੀ ਮਨੁੱਖਾ ਇਹ ਵਿਸ਼ਿਆਂ ਵਿੱਚ ਲੱਗ ਕਰਕੇ ਗਵਾ ਲਈ ਹੈ, ਅਤੇ ਆਪਣੀ ਕੰਨਾ ਰੂਪ ਪੁੰਨਾ ਰੂਪ ਜੜ ਉਪਾੜੀ, ਭਾਵ ਪੁੱਟਣਾ ਕੀਤੀ ਹੈ। ਸ਼ਰਧਾ ਰੂਪੀ ਜੜ ਪੱਟ ਲਈ ਹੈ, ਆਪਣੀ ਜੜ ਆਪ ਹੀ ਪੱਟ ਲਈ ਬੰਦੇ ਨੇ, ਕਿਸੇ ਨੇ ਕੀ ਪੱਟਣਾ। ਇਸ ਕਰਕੇ ਜਿਹੜਾ ਬੰਦਾ ਆਪਣੀ ਜੜ ਆਪ ਹੀ ਪੱਟ ਰਿਹਾ, ਉਹਨੂੰ ਕਿਸੇ ਨੂੰ ਮਾਰਨ ਦੀ ਕੀ ਲੋੜ ਹੈ। ਤੇਰੀ ਸਾਰਣ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਗਰੀਬਾਂ ਦੇ ਦਇਆ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ
ਅਸੀਂ ਤੇਰੀ ਸ਼ਰਨ ਵਿੱਚ ਓਟ ਵਿੱਚ ਆਏ ਹਾਂ। ਮੇਰੇ ਗੁਰਗੋਪਾਲਾ, ਗੋ ਕਹੀਏ ਪ੍ਰਿਥਵੀ ਦੇ, ਪਾਲਾ ਕਹੀਏ ਪਾਲਕ ਪਰਮੇਸ਼ਰ ਵਾਹਿਗੁਰੂ। ਸੁੱਖਾਂ ਦੇ ਸਾਗਰ ਸਮੁੰਦਰ ਹੋ ਤੁਸੀਂ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਅਸਾੜੀ ਜੀਓ। ਪਾਤਸ਼ਾਹ ਕਹਿੰਦੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ, ਅਸੀਂ ਸਦਾ ਹੀ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ, ਔਰ ਲੋਕ ਪ੍ਰਲੋਕ ਵਿੱਚ ਸ਼ਰਮ ਕਹੀਏ ਲੱਜਿਆ ਰੱਖੋ ਮਹਾਰਾਜ। ਮਾਝ ਮਹੱਲਾ ਪੰਜਵਾ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪੈ ਜਾਣੇ। ਪਾਤਸ਼ਾਹ ਜੀ ਕਹਿੰਦੇ ਹਿਰਦੇ ਵਿੱਚ ਸੁਆਮੀ ਪਰਮੇਸ਼ਰ ਦੇ ਸ਼ਰਨ ਸਮਾਣੇ ਕੀ ਸਮਾਏ ਹੋਏ ਹਨ, ਤੇ ਕਲ ਕੀਏ ਝਗੜੇ ਕਲਪਨਾ ਤੇ ਔਰ ਕਲੇਸ਼ ਆਦਿਕ ਸਾਰੇ ਦੂਰ ਪਏ ਆਣੇ ਕੀਏ ਚਲੇ ਗਏ ਹਨ। ਸ਼ਾਂਤ ਸੂਖ ਸਹਿਜ ਧਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਉਹਨਾਂ ਦੇ ਹਿਰਦੇ ਅੰਦਰ ਸ਼ਾਂਤੀ, ਆਤਮਿਕ ਸੁਖ, ਅਵਸਥਾ ਦੀ ਧੁਨੀ ਪੈਦਾ ਹੋ ਜਾਂਦੀ ਹੈ। ਗਿਆਨ ਦੇ ਅਨੁਭਵ ਕਰਨ ਵਾਲੀ ਧੁਨੀ ਪੈਦਾ ਹੁੰਦੀ ਹੈ, ਔਰ ਸ੍ਰੇਸ਼ਟ ਸਾਧੂਆਂ ਦੇ ਸੰਗ ਨਾਲ, ਉਹਨਾਂ ਦੀ ਸੰਗਤ ਵਿੱਚ ਔਰ ਵਾਸਾ ਹੁੰਦਾ ਹੈ। ਲਾਗੀ ਪ੍ਰੀਤ ਨਾ ਟੂਟੈ ਮੂਲੇ, ਹਰਿ ਅੰਤਰ ਬਾਹਰ ਰਹਿਆ ਭਰਪੂਰੇ। ਉਹਨਾਂ ਦੀ ਸੰਗਤ ਦੀ ਕਿਰਪਾ ਸਦਕਾ ਪਰਮੇਸ਼ਰ ਨਾਲ ਔਰ ਪ੍ਰੀਤੀ ਕਦੇ ਵੀ ਟੁੱਟੈ ਭਾਵ ਟੁੱਟਦੀ ਨਹੀਂ, ਲੱਗ ਜਾਂਦੀ ਹੈ। ਸਿਮਰ 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 ਗੁਣ ਗਾਵਾ, ਕਾਟੀ ਜਮਕੀ ਫਾਸਾ ਜੀਓ। ਸਿਮਰਨੇ ਯੋਗ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦੇ ਹਨ ਤੇ ਰਸਨਾ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦੀ ਜਮਾਂ ਦੀ ਫਾਹੀ ਕੱਟੀ ਗਈ ਹੈ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਨੇ, ਸੇਵਾ ਸਿਮਰਨ ਕਰ ਰਹੇ ਹਨ। ਅੰਮ੍ਰਿਤ ਵਰਖ ਹੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸੁਮਾਣੀ। ਪਾਤਸ਼ਾਹ ਕਹਿੰਦੇ ਹਨ ਇੱਕ ਰਸ ਨਾਮ ਅੰਮ੍ਰਿਤ ਵਰਖ ਹੈ, ਵਰਖਾ ਕਰਦੇ ਹਨ। ਜਿਨ੍ਹਾਂ ਗੁਰਮੁਖ ਜਨਾਂ ਨੇ ਅੰਮ੍ਰਿਤ ਨੂੰ, ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ ਹੈ, ਉਹਨਾਂ ਦੇ ਮਨ ਅਤੇ ਤਨ ਅੰਦਰ ਸ਼ਾਂਤੀ ਸਮਾ ਗਈ ਹੈ, ਬਾਸ਼ਨਾ ਮਿਟ ਗਈਆਂ ਹਨ। ਤ੍ਰਿਪਤ ਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਹੇ ਪਰਮੇਸ਼ਰ, ਤੇਰੇ ਭਗਤ ਜਨ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ, ਰੱਜ ਗਏ, ਤੇ ਔਰ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਆਤਮ ਤ੍ਰਿਪਤੀ ਕਰਕੇ ਰੱਜ ਗਏ ਹਨ। ਉਹਨਾਂ ਨੂੰ ਦਿਲਾਸਾ ਕਹੀਏ ਧੀਰਜ ਦੇਣਾ ਕੀਤਾ ਹੈ। ਜਿਸ ਕਾ ਸਾਉ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਜਿਸ ਦਾ ਮੈਂ ਸੇਵਕ ਹਾਂ ਔਰ ਉਸ ਗੁਰੂ ਤੋਂ ਬ੍ਰਹਮ ਗਿਆਨ, ਬ੍ਰਹਮ ਆਨੰਦ ਰੂਪੀ ਫਲ ਪਾਉਣਾ ਕੀਤਾ। ਗੁਰੂ ਨੇ ਔਰ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਦੇ ਨਾਲ ਮਿਲਾਉਣਾ ਕੀਤਾ ਹੈ। ਆਵਣ ਜਾਣ ਰਹੇ ਬੜ ਭਾਗੀ, ਨਾਨਕ ਪੂਰਨ ਆਸਾ ਜੀ। ਔਰ ਵੱਡਿਆਂ ਭਾਗਾਂ ਕਰਕੇ ਦੁਨੀਆ ਵਿੱਚ ਆਵਣ ਜਾਣ, ਆਉਣਾ ਜਾਣਾ, ਜੰਮਣਾ ਮਰਨਾ ਮੁੱਕ ਗਿਆ। ਪਾਤਸ਼ਾਹ ਕਹਿੰਦੇ ਹਨ ਸਾਰੀਆਂ ਆਸਾਂ ਪੂਰਨ ਹੋ ਗਈਆਂ ਹਨ। ਮਾਝ ਮਹੱਲਾ ਪੰਜਵਾ। ਮੀਹੋ ਪਿਆ ਪਰਮੇਸ਼ਰ ਪਾਇਆ, ਜੀਅ ਜੰਤ ਸਭ ਸੁਖੀ ਵਸਾਇਆ। ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਦਾ ਪਾਇਆ ਹੋਇਆ ਮੀਂਹ ਬੱਦਲ ਵਰਸ ਗਿਆ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਔਰ ਗੁਰੂ ਦੁਆਰਾ ਉਪਦੇਸ਼ ਰੂਪੀ ਮੀਂਹ ਪੈਂਦਾ ਹੈ, ਤੇ ਜਿੰਨੇ ਵੀ ਛੋਟੇ ਵੱਡੇ ਸੂਖਸ਼ਮ ਸਥੂਲ ਜੀਵ ਸਨ, ਸਾਰਿਆਂ ਨੂੰ ਸੁਖੀ ਸੁਖ ਦੇ ਸਹਿਤ ਵਸਾ ਦਿੱਤਾ ਹੈ। ਉੱਤਮ ਮੱਧਮ ਕਨਿਸ਼ਟ ਜਿਗਿਆਸੂ ਰੂਪ ਸਾਰੇ ਅਧਿਕਾਰੀਆਂ ਨੂੰ ਆਤਮਿਕ ਸੁਖ ਦੇ ਸਹਿਤ ਵਸਾਉਣਾ ਕੀਤਾ ਹੈ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ। ਭਾਈ ਉਹ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਨ ਨਾਲ ਔਰ ਦੁੱਖ ਕਲੇਸ਼ ਕਸ਼ਟ ਚਲੇ ਗਏ ਹਨ, ਤੇ ਸੱਚਾ ਆਤਮਿਕ ਆਨੰਦ ਸਰੂਪ ਸੁਖ ਪ੍ਰਾਪਤ ਹੋ ਗਿਆ ਹੈ। ਜਿਸ ਕੇ ਸੇ ਤਿਨਹੀ ਪ੍ਰਤਿਪਾਰੇ, ਪਾਰ ਬ੍ਰਹਮ ਪ੍ਰਭ ਭਏ ਰਖਵਾਰੇ।
ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ ਤੇ ਉਸਨੇ ਹੀ ਆਪਣੇ ਸੇਵਕ ਜਾਣ ਕੇ ਔਰ ਪਾਲਣਾ ਕੀਤੀ ਹੈ। ਪਾਰਬ੍ਰਹਮ ਪਰਮੇਸ਼ਰ ਨੇ ਸਾਡੇ ਸੇਵਕਾਂ ਦੇ ਲੋਕ ਪ੍ਰਲੋਕ ਵਿੱਚ ਔਰ ਰਖਵਾਰੇ ਕਈ ਰਾਖੇ ਹੋਏ ਹਨ। ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਘਾਲੀ ਜੀਓ। ਮੇਰੇ ਸੁਆਮੀ ਮਾਲਕ ਵਾਹਿਗੁਰੂ ਆਪਣੇ ਸੇਵਕਾਂ ਦੀ ਬੇਨਤੀ ਸੁਣਨਾ ਕੀਤੀ ਹੈ, ਜਿਸ ਕਰਕੇ ਘਾਲੀ ਕਹੀਏ ਕਮਾਈ ਪੂਰਨ ਹੋ ਗਈ ਹੈ, ਭਾਵ ਸਿਰੇ ਚੜ ਗਈ। ਬ੍ਰਹਮ ਵਿਦਿਆ ਦੀ ਘਾਲਣਾ, ਨਿਸ਼ਕਾਮ ਕਰਮ ਦੀ ਘਾਲਣਾ, ਕਮਾਈ ਕੀਤੀ ਹੋਈ ਪੂਰਨ ਹੋ ਗਈ ਹੈ, ਮਾਲਕ ਦੀ ਕਿਰਪਾ ਹੋ ਗਈ। ਸਰਬ ਜੀਆ ਕਉ ਦੇਵਨ ਹਾਰਾ, ਗੁਰ ਪ੍ਰਸਾਦੀ ਨਾਦਰ ਨਿਹਾਰਾ। ਸਾਰੇ ਜੀਵਾਂ ਨੂੰ ਵਾਹਿਗੁਰੂ ਆਸਰਾ ਦੇਣ ਵਾਲਾ ਹੈ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਔਰ ਉਹਨਾਂ ਜੀਵਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਗਿਆਨ ਦੀਆਂ ਅੱਖਾਂ ਦੁਆਰਾ ਵੇਖਣਾ ਕੀਤਾ ਹੈ। ਜਲ ਥਲ ਮਹੀਲ ਸਭ ਤ੍ਰਿਪਤਾਣੇ, ਸਾਧੂ ਚਰਨ ਬਖਾਲੀ ਜੀਓ। ਪਾਤਸ਼ਾਹ ਨੇ ਜਿਵੇਂ ਬੱਦਲ ਦੇ ਬਰਸਣ ਨਾਲ ਜਲਾਂ ਵਿੱਚ, ਥਲਾਂ ਵਿੱਚ, ਪ੍ਰਿਥਵੀ ਆਦਿ ਸਾਰੇ ਤ੍ਰਿਪਤ ਹੋ ਜਾਂਦੇ ਹਨ ਪਾਣੀ ਭਰ ਕੇ। ਸਭ ਤ੍ਰਿਪਤਾਣੇ, ਸਾਧੂ ਚਾਰਣ ਪਖਾਲੀ ਜੀਓ। ਪਾਤਸ਼ਾਹ ਕਹਿੰਦੇ ਹਨ ਔਰ ਸਾਧੂ ਕਹੀਏ ਸੰਤ ਮਹਾਂਪੁਰਖਾਂ ਦੀ ਕਿਰਪਾ ਨਾਲ ਸਭ ਕੁਝ ਹੋਇਆ ਹੈ। ਉਹਨਾਂ ਦੇ ਚਰਨਾਂ ਨੂੰ ਪਖਾਲੀ ਭਾਵ ਧੋਣਾ ਕਰਦੇ ਹਾਂ, ਜਿਨ੍ਹਾਂ ਨੇ ਸ੍ਰੇਸ਼ਟ ਗੁਰਾਂ ਦੇ ਸਾਧੂ ਸੰਤਾਂ ਦੇ ਚਰਨ ਧੋਣਾ ਕੀਤੇ ਹਨ। ਉਹ ਜਲਾਂ ਥਲਾਂ ਮਹੀਲ ਵਿੱਚ ਸਾਰੇ ਪਰਿਪੂਰਨ ਪ੍ਰਮਾਤਮਾ ਜਾਣ ਕੇ ਆਤਮਿਕ ਤ੍ਰਿਪਤੀ ਕਰਕੇ ਰੱਜ ਗਏ ਹਨ। ਮਨ ਕੀ ਇੱਛ ਪੁਜਾਵਨਹਾਰਾ, ਸਦਾ ਸਦਾ ਜਾਈ ਬਲਿਹਾਰਾ। ਜੋ ਪਰਮੇਸ਼ਰ ਵਾਹਿਗੁਰੂ ਹੈ ਔਰ ਹਿਰਦੇ ਦੀ ਚਾਹਨਾ ਇੱਛਾ ਉਹ ਪੂਰੀ ਕਰਨ ਵਾਲਾ ਹੈ। ਪਰਮੇਸ਼ਰ ਤੋਂ ਅਸੀਂ ਹਮੇਸ਼ਾ ਬਲਿਹਾਰ ਕਰਵਾਣ ਜਾਂਦੇ ਹਾਂ। ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ। ਪਾਤਸ਼ਾਹ ਕਹਿੰਦੇ ਹਨ ਜੀਵਾਂ ਦੇ ਦੁੱਖਾਂ ਨੂੰ ਮੇਟਣ ਵਾਲੇ ਵਾਹਿਗੁਰੂ ਨੇ ਸਾਨੂੰ ਗੁਰਾਂ ਦੇ ਦੁਆਰਾ ਆਪਣੇ ਨਾਮ ਦਾ ਦਾਨ ਦੇਣਾ ਕੀਤਾ ਹੈ, ਜਿਸ ਕਰਕੇ ਅਸੀਂ ਰਸਾਲੀ ਰਸ ਜਮਾ ਆਲੀ, ਰਸਾਂ ਦੇ ਆਲੀ ਕਹੀਏ ਘਰ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤੇ ਗਏ ਹਾਂ। ਮਾਜ ਮਹੱਲਾ ਪੰਜਵਾ। ਮਨ ਤਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਹੇ ਅੰਤਰਜਾਮੀ ਮਾਲਕ ਵਾਹਿਗੁਰੂ, ਔਰ ਮਨ ਅਤੇ ਤਨ ਇਹ ਤੇਰਾ ਹੈ, ਤੂੰ ਹੀ ਦਿੱਤਾ ਹੈ। ਧਨ ਭੀ ਤੇਰਾ, ਧਨ ਵੀ ਤੇਰਾ ਹੈ ਮਾਲਕ ਵਾਹਿਗੁਰੂ, ਇਹ ਵੀ ਤੂੰ ਦਿੱਤਾ ਹੈ। ਤੂੰ ਠਾਕੁਰ ਸੁਆਮੀ, ਹੇ ਪਰਮੇਸ਼ਰ ਵਾਹਿਗੁਰੂ ਔਰ ਮਾਲਕ ਸੀ, ਪਿੱਛੇ ਵੀ ਤੂੰ ਮਾਲਕ ਸੀ, ਹੁਣ ਵੀ ਮੇਰਾ ਮਾਣ ਔਰ ਸੁਆਮੀ ਤੂੰ ਮੇਰਾ ਠਾਕੁਰ ਸੁਆਮੀ, ਹੁਣ ਵੀ ਮੇਰਾ ਸੁਆਮੀ ਤੂੰ ਹੈ ਤੇ ਅੱਗੇ ਪ੍ਰਲੋਕ ਵਿੱਚ ਵੀ ਰੱਖਿਆ ਤੂੰ ਹੀ ਕਰਨੀ ਹੈ। ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ। ਪਾਤਸ਼ਾਹ ਕਹਿੰਦੇ ਸੂਖਸ਼ਮ ਤੇ ਅਸਥੂਲ ਸਾਰੀ ਪੂੰਜੀ ਤੇਰੀ ਦਿੱਤੀ ਹੋਈ ਹੈ ਔਰ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਤੇਰਾ ਹੀ ਜੀਵਾਂ ਵਿੱਚ ਜੋਰ ਕਹੀਏ ਬਲ ਹੈ। ਤੇਰੀ ਚੇਤਨ ਸੱਤਾ ਨਾਲ ਹੀ ਸਾਰੇ ਜੀਵ ਤੁਰਦੇ ਫਿਰਦੇ ਹਨ। ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾ ਤੇਰੀ ਪਾਈ। ਹੇ ਪਰਮੇਸ਼ਰ ਵਾਹਿਗੁਰੂ ਹਮੇਸ਼ਾ ਤੂੰ ਹੀ ਲੋਕ ਪ੍ਰਲੋਕ ਵਿੱਚ ਸੁੱਖਾਂ ਦੇ ਦੇਣ ਵਾਲਾ ਹੈ ਤੇ ਦੇਹ ਅਭਿਮਾਨ ਵੱਲੋਂ ਝੁਕ ਕਰਕੇ, ਗੁਣਾਂ ਦੇ ਹੰਕਾਰ ਵੱਲੋਂ ਝੁਕ ਕਰਕੇ ਤੇਰੀ ਪਾਈ ਭਾਵ ਤੇਰੇ ਚਰਨੀ ਲੱਗਦੇ ਹਾਂ। ਕਾਰ ਕਮਾਵਾ ਜੇ ਤੁਧ ਭਾਵਾ, ਜਾ ਤੂੰ ਦੇਹ ਦਇਆਲਾ ਜੀਓ। ਪਾਤਸ਼ਾਹ ਕਹਿੰਦੇ ਦਇਆ ਦੇ ਘਰ ਸਤਿਗੁਰੂ ਮਹਾਰਾਜ ਤੁਸੀਂ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਦੇ ਹੋ। ਅਸੀਂ ਜੀਵ ਭਾਵ ਭਗਤੀ ਦੀ ਕਾਰ ਕਮਾਉਂਦੇ ਹਾਂ, ਜੋ ਆਪ ਜੀ ਨੂੰ ਭਾਵਾ ਭਾਵ ਪਾਉਂਦੀ ਹੈ, ਚੰਗੀ ਲੱਗਦੀ ਹੈ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ, ਜੋ ਤੂੰ ਦੇਹੇ ਸੋਈ ਸੁਖ ਸਹਿਣਾ। ਹੇ ਮਾਲਕ ਜੀ, ਸੱਚੇ ਪਾਤਸ਼ਾਹ ਜੀ, ਅਸੀਂ ਤੁਮ ਕਹੀਏ ਤੁਹਾਡੇ ਤੋਂ ਨਾਮ ਪ੍ਰਾਪਤ ਕਰਨਾ ਹੈ ਤੇ
ਤੂੰ ਹੀ ਮੇਰਾ ਭਾਵਨਾ ਰੂਪ ਗਹਿਣਾ ਹੈ, ਤੇ ਹਿਰਦੇ ਅੰਦਰ ਗ੍ਰਹਿਣ ਭਾਵ ਪਕੜਨਾ ਕੀਤਾ ਹੈ। ਜੋ ਕੁਝ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਦਿੰਦੇ ਹੋ, ਅਸੀਂ ਉਸੇ ਨੂੰ ਸੁਖ ਕਰਕੇ ਸਹਾਰਨਾ ਕਰਦੇ ਹਾਂ। ਜਿੱਥੈ ਰਖੈ ਬੈਕੁੰਠ ਤਿਥਾਈ, ਤਿਥਾਈ ਤੇ ਵਿਸਰਾਮ ਹੈ। ਤੂੰ ਸਭਨਾ ਕੇ ਪ੍ਰਤਪਾਲਾ ਜੀਓ, ਜਿੱਥੇ ਤੁਸੀਂ ਰੱਖਦੇ ਹੋ ਉੱਥੇ ਉਸੇ ਥਾਂ ਸਾਨੂੰ ਬੈਕੁੰਠ ਵਾਂਗ ਹੈ, ਉਹੀ ਥਾਂ। ਤੇ ਤੁਸੀਂ ਆਪ ਹੀ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲੇ ਹੋ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਔਰ हे ਪਰਮੇਸ਼ਰ ਵਾਹਿਗੁਰੂ, ਅਸੀਂ ਨੇ ਆਪ ਦੇ ਨਾਮ ਨੂੰ ਸਿਮਰ ਸਿਮਰ ਕੇ ਯਾਦ ਕਰ ਕਰਕੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਤੇਰੀ ਕਿਰਪਾ ਸਦਕਾ ਅਠੇ ਪੈਰ ਤੇਰੇ ਅੰਮ੍ਰਿਤ ਰੂਪ ਗੁਣਾਂ ਨੂੰ ਗਾਉਣਾ ਕੀਤਾ ਹੈ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। हे ਮੇਰੇ ਮਨ, ਸਾਰੇ ਸੰਕਲਪ ਪੂਰਨ ਹੋਏ, ਔਰ ਹੁਣ ਕਦੇ ਵੀ ਇਹ ਮਨ ਦੁਖੀ ਨਹੀਂ ਹੁੰਦਾ। ਮਾਝ ਮਹੱਲਾ ਪੰਜਵਾ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ। ਪਾਰ ਬ੍ਰਹਮ ਪਾਪਾ ਪੁੰਨਾ ਤੋਂ ਪਰੇ ਵਿਆਪਕ ਵਾਹਿਗੁਰੂ ਜੀ ਪ੍ਰਮਾਤਮਾ ਨੇ ਆਪ ਹੀ ਵਰਖਾ ਕਰਨ ਲਈ ਮੇਘ ਕੀ ਬੱਦਲ ਔਰ ਭੇਜਣਾ ਕੀਤਾ ਹੈ। ਜਲ ਥਲ ਮਹੀਅਲ ਦਹਿ ਦਿਸ ਬਰਸਾਇਆ। ਔਰ ਜਲਾਂ ਵਿੱਚ ਜਿਸ ਨੇ ਜਲ ਕਹੀਏ ਪਾਣੀ ਵਾਲੀਆਂ, ਥਲ ਕਹੀਏ ਖੁਸ਼ਕ ਥਾਵਾਂ ਵਿੱਚ, ਮਹੀਅਲ ਵਿੱਚ ਅਤੇ 10 ਦਿਸ਼ਾਵਾਂ ਵਿੱਚ ਔਰ ਮੀਂਹ ਬਰਸਾਉਣਾ ਕੀਤਾ ਹੈ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ। ਸ਼ਾਂਤ ਭਈ ਬੁਝੀ, ਬੁਝੀ ਪਾਠ ਬੋਲਣਾ, ਬੁਝੀ ਨਹੀਂ ਕਹਿਣਾ, ਬੁਝੀ ਸਭ ਤ੍ਰਿਸ਼ਨਾ। ਆਨੰਦ ਭਇਆ ਸਭ ਠਾਈ ਜੀਓ। ਸਾਰੇ ਜੀਵਾਂ ਦੀ ਤ੍ਰਿਸ਼ਨਾ ਪਿਆਸ ਬੁਝ ਗਈ ਹੈ ਤੇ ਸ਼ਾਂਤੀ ਹੋਈ ਹੈ, ਜਿਸ ਕਰਕੇ ਸਾਰੀਆਂ ਜਗ੍ਹਾ ਵਿੱਚ ਆਨੰਦ ਹੋ ਗਿਆ ਹੈ। ਸੁਖ ਦਾਤਾ ਦੁਖ ਭੰਜਨ ਹਾਰਾ, ਦੁਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀਉ ਸਾਰਾ। ਉਹ ਪਰਮੇਸ਼ਰ ਸਾਰੇ ਸੁੱਖਾਂ ਦਾ ਦਾਤਾ ਹੈ, ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਤੇ ਆਪੇ ਬਸ ਕਰੇ ਜੀਉ ਸਾਰਾ। ਸਤਿਗੁਰੂ ਮਹਾਰਾਜ ਚ ਪਾਤਸ਼ਾਹ ਕਹਿੰਦੇ ਉਹ ਆਪ ਹੀ ਜੀਵਾਂ ਦੇ ਔਗਣਾਂ ਨੂੰ ਬਖਸ਼ ਕਰਕੇ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਆਪਣੇ ਕੀਤੇ ਨੋ ਆਪ ਪ੍ਰਤਿਪਾਲੇ, ਪਏ ਪੈਰੀ ਤਿਸ ਹੈ ਮਨਾਈ ਜੀਓ। ਉਹ ਪਰਮੇਸ਼ਰ ਆਪ ਹੀ ਆਪਣੇ ਪੈਦਾ ਕੀਤੇ ਹੋਏ ਸੰਸਾਰ ਨੂੰ ਆਪਣੇ ਪੁੱਤਰ ਜਾਣ ਕੇ ਸਾਰੇ ਜੀਵਾਂ ਨੂੰ ਪਾਲਣਾ ਕਰਦਾ ਹੈ। ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਪੈਰੀ ਤਿਸ ਹੈ ਮਨਾਈ ਜੀਓ। ਮੈਂ ਪੈਰੀ ਕਹੀਏ ਚਰਨੀ ਪਾਏ ਕੇ ਉਸ ਪਰਮੇਸ਼ਰ ਨੂੰ ਮਨਾਉਣਾ ਕਰਦਾ ਹਾਂ। ਜਾ ਕੀ ਸਰਨ ਪਿਆ ਸੁਖ, ਜਾ ਕੀ ਸਰਨ ਪਿਆ ਗਾਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ। ਪ੍ਰਭੂ ਦੀ ਸ਼ਰਨ ਪੈਣ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਵਾਸ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਬਿਰਤੀ ਦੁਆਰਾ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੀਏ। ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਠਾਕੁਰ ਸਭ ਤਿਸੈ ਕੀਆ ਜਾਈ ਜੀਉ। ਉਸ ਵਾਹਿਗੁਰੂ ਤੋਂ ਬਿਨਾ ਔਰ ਦੂਜਾ ਠਾਕੁਰ ਕਹੀਏ ਮਾਲਕ ਨਹੀਂ ਹੈ। ਮਾਤ ਲੋਕ, ਬ੍ਰਹਮ ਲੋਕ, ਪਤਾਲ ਲੋਕ ਵਿੱਚ ਸਾਰੀਆਂ ਜਗ੍ਹਾ ਤੇ ਉਸ ਦੀਆਂ ਪੈਦਾ ਕੀਤੀਆਂ ਹੋਈਆਂ ਹਨ, ਸਾਰੀਆਂ ਜਗ੍ਹਾ ਮਾਲਕ ਵਾਹਿਗੁਰੂ ਦੀਆਂ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹਿਰਾ। हे ਮੇਰੇ ਮਾਲਕ ਵਾਹਿਗੁਰੂ, ਔਰ ਸਾਨੂੰ ਤਾਂ ਮਨ ਵਿੱਚ ਵੀ ਤੇਰਾ ਮਾਣ ਹੈ ਤੇ ਸਰੀਰ ਵਿੱਚ ਵੀ ਤੇਰਾ ਬਲ ਹੈ। ਤਾਣ ਕਹੀਏ ਬਲ, ਤੇ ਮਨ ਵਿੱਚ ਸਰੂਪ ਦੇ ਗਿਆਨ ਦਾ ਮਾਣ ਤੇ ਬੁੱਧ ਵਿੱਚ ਵਿਵੇਕ ਦਾ ਤਾਣ, ਇਹ ਤੇਰਾ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਮਾਲਕ ਤੇ ਗੁਣੀ ਕਹੀਏ, ਗੁਣਾ ਦਾ ਗਹਿਰਾ ਸਮੁੰਦਰ ਕਹੀਏ, ਸਮੁੰਦਰ ਹੈ, ਖਜ਼ਾਨਾ ਹੈ। ਨਾਨਕ ਦਾਸ ਕਹੈ ਬੇਨੰਤੀ, ਆਠ ਪਹਿਰ ਤੁਧ ਧਿਆਈ ਜੀਓ। ਪਾਤਸ਼ਾਹ ਕਹਿੰਦੇ ਅਸੀਂ ਦਾਸਾਂ ਭਾਵ ਧਾਰਨ ਕਰਕੇ ਬੇਨਤੀ ਕਰਦੇ ਹਾਂ ਕਿ ਸਾਡਾ ਮਨ ਹਰ ਰੋਜ਼ ਸੰਕਲਪਾਂ ਵੱਲ ਨਾ ਜਾਵੇ, ਸੰਕਲਪ ਵਿਕਲਪ ਨਾ ਹੋਣ। ਅਠੇ ਪਹਿਰ ਤੈਨੂੰ ਅਸੀਂ ਧਿਆਉਣਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ।
ਮਹਾਰਾਜ ਚ ਪਾਤਸ਼ਾਹ ਬਖਸ਼ਿਸ਼ਾਂ ਦੇ ਘਰ ਔਰ ਬਖਸ਼ਿਸ਼ਾਂ ਕਰਦੇ ਹੋਏ ਇਹ ਜੁਗਤ ਦੱਸ ਰਹੇ ਹਨ। ਬੇਨਤੀ ਕਰਨ ਦਾ ਇੱਕ ਢੰਗ ਤਰੀਕਾ ਹੋਵੇ।